ਸ਼ਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ ਕਿ ਸਤਿਗੁਰ ਵਿੱਚ ਵੱਡੀ ਵਡਿਆਈ। ਹੇ ਭਾਈ, ਸਤਿਗੁਰਾਂ ਵਿੱਚ ਇਸ ਗੱਲ ਦੀ ਵਡਿਆਈ ਮਹਿਮਾ ਹੈ ਜੋ ਅਨ ਦਿਨ ਹਰ ਹਰ ਨਾਮ ਧਿਆਵੈ, ਜੋ ਅਨ ਦਿਨ ਰਾਤ ਦਿਨੇ ਆਪ ਸਤਿਗੁਰੂ ਜੀ ਹਰੀ ਵਾਹਿਗੁਰੂ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਹਰੇ ਭਰੇ ਕਰਨ ਵਾਲਾ ਹੈ, ਉਸ ਦੇ ਨਾਮ ਨੂੰ ਧਿਆਉਂਦੇ ਹਨ ਅਤੇ ਹਰ ਹਰ ਨਾਮ ਰਮਤ ਸੁਚ ਸੰਜਮ। ਸਤਿਗੁਰੂ ਜੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਰਮਤ ਉਚਾਰਦੇ ਹਨ। ਇਸੇ ਕਰਕੇ ਸੁੱਚ ਹੁੰਦਾ ਪਵਿੱਤਰ ਹਿਰਦੇ ਵਾਲੇ ਵਿਸ਼ਿਆਂ ਵੱਲੋਂ ਸੰਜਮ, ਇੰਦਰੀਆਂ ਨੂੰ ਦਮਨ ਕਰਕੇ ਰੱਖਣ ਵਾਲੇ ਹਨ। ਸਤਿਗੁਰੂ ਜੀ ਜੋ ਹਰ ਹਰ ਨਾਮ ਉਚਾਰਦੇ ਹਨ, ਇਹੋ ਹੀ ਸੱਚ ਅਤੇ ਸੰਜਮ ਹੈ। ਨਾਮ ਉਚਾਰਨੇ ਕਰਕੇ ਸੱਚ ਤੇ ਸੰਜਮ ਹੈ। ਮਹਾਰਾਜ ਜੀ ਸਮਝਾ ਰਹੇ, ਹਰ ਨਾਮੇ ਹੀ ਤ੍ਰਿਪਤ ਆਵੈ। ਜੋ ਹਰੀ ਨਾਮ ਨੂੰ ਜਪ ਕੇ ਹੀ ਰਜਦੇ ਹਨ, ਤ੍ਰਿਪਤ ਹੁੰਦੇ ਹਨ। ਹਰ ਨਾਮ ਤਾਣ ਹਰ ਨਾਮ ਦੀਵਾਨ, ਹਰ ਨਾਮੋ ਰੱਖ ਕਰਾਵੈ। ਸਤਿਗੁਰੂ ਜੀ ਨੂੰ ਸਰੀਰਕ ਤਾਣ, ਸਰੀਰਕ ਬਲ ਵੀ ਹਰੀ ਵਾਹਿਗੁਰੂ ਦਾ ਨਾਮ ਹੀ ਹੈ। ਹਰ ਨਾਮ ਦੀਵਾਨ, ਤੇ ਹਰੀ ਵਾਹਿਗੁਰੂ ਦਾ ਨਾਮ ਹੀ ਮਨ ਦਾ ਆਸਰਾ ਹੈ, ਦੀਵਾਨ ਹੈ। ਅਤੇ ਸਤਿਗੁਰੂ ਦੀ ਪਰਮੇਸ਼ਰ ਦਾ ਨਾਮ ਹੀ ਰੱਖਿਆ ਕਰਨ ਵਾਲਾ ਹੈ। ਗੁਰੂ ਸਾਹਿਬ ਜੀ ਦੇ ਸਿੱਖਾਂ ਦਾ ਹਰੀ ਵਾਹਿਗੁਰੂ ਦਾ ਨਾਮ ਹੀ ਸਰੀਰਕ ਵਿਵੇਕ ਦਾ ਤਾਣ ਬਲ ਹੈ। ਸਾਧ ਸੰਗਤ ਵੀ ਗੁਰਸਿੱਖਾਂ ਦੀ ਆਸਰਾ ਰੂਪੀ ਹਰੀ ਵਾਹਿਗੁਰੂ ਦਾ ਨਾਮ ਹੀ ਗੁਰੂ ਸਰੂਪ ਧਾਰ ਕੇ ਸਿੱਖਾਂ ਦੀ ਰੱਖਿਆ ਕਰਦਾ ਹੈ। ਜੋ ਚਿੱਤ ਲਾਏ ਪੂਜੇ ਗੁਰਮੂਰਤ, ਜਿਹੜਾ ਚਿੱਤ ਲਾ ਕੇ, ਮਨ ਲਾ ਕੇ ਐਸੇ ਸਤਿਗੁਰਾਂ ਦੇ ਸਰੂਪ ਨੂੰ, ਮੂਰਤ ਦਾ ਭਾਵ ਹੈ ਸਰੂਪ, ਕਿ ਜਿਹੜਾ ਚਿੱਤ ਲਾ ਕੇ, ਮਨ ਲਾ ਕੇ ਐਸੇ ਸਤਿਗੁਰਾਂ ਦੇ ਮੂਰਤ ਸਰੂਪ ਦਾ ਪੂਜਨ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਮਨ ਇੱਛੇ ਫਲ ਪਾ ਲੈਂਦਾ ਹੈ। ਇੱਥੇ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਜਿਹੜਾ ਮਨ ਲਾ ਕੇ ਐਸੇ ਸਤਿਗੁਰਾਂ ਦੇ ਸਰੂਪ ਨੂੰ ਪੂਜਣਾ ਕਰੇਗਾ, ਉਹ ਮਨ ਇੱਛੇ ਫਲ ਪਾਵੈ, ਕਿ ਉਹ ਮਨ ਇੱਛੇ, ਮਨ ਇੱਛਤ ਫਲ ਪਾ ਸਕਦਾ ਹੈ, ਪ੍ਰਾਪਤ ਕਰੇਗਾ। ਪਰ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਜਿਹੜਾ ਮਨਮੁਖ ਪੂਰਨ ਸਤਿਗੁਰਾਂ ਦੀ ਨਿੰਦਾ ਕਰਦਾ ਹੈ, ਅਪਮਾਨਤਾ ਕਰਦਾ ਹੈ, ਤਿਸ ਕਰਤਾ ਮਾਰ ਦਿਵਾਵੈ। ਉਸ ਨੂੰ ਕਰਤਾ ਪੁਰਖ, ਅਕਾਲ ਪੁਰਖ ਜਮਾਂ ਤੋਂ ਮਾਰ ਦਿਵਾਉਂਦਾ ਹੈ। ਭਾਵ ਕਿ ਉਹਨਾਂ 'ਤੇ ਜਮਾਂ ਦੀ ਮਾਰ ਪੈਂਦੀ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਫੇਰ ਉਹ ਵੇਲਾ ਉਸ ਹੱਥ ਨਾ ਆਵੈ। ਜੋ ਨਿੰਦਕ ਹੁੰਦਾ, ਨਿੰਦਿਆ ਕਰਨ ਵਾਲਾ, ਤਾਂ ਜਦੋਂ ਸਤਿਗੁਰਾਂ ਦੀ ਨਿੰਦਿਆ ਕੀਤੀ ਉਸਨੇ, ਉਹ ਫਿਰ ਜਦੋਂ ਮਨੁੱਖਾ ਜਨਮ ਗੁਜ਼ਰ ਗਿਆ, ਦੁਬਾਰਾ ਬਖਸ਼ਾਉਣ ਦਾ ਵੇਲਾ ਉਸ ਦੇ ਹੱਥ ਵਿੱਚ ਨਹੀਂ ਆਵੇਗਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੈ। ਜਿਹੜਾ ਮਨਮੁਖ ਪੂਰਨ ਸਤਿਗੁਰਾਂ ਦੀ ਨਿੰਦਾ ਕਰਦਾ ਹੈ, ਉਸ ਨੂੰ ਕਰਤਾ ਪੁਰਖ ਜਮਾਂ ਤੋਂ ਮਾਰ ਕੁੱਟ ਦਿਵਾਉਂਦਾ ਹੈ। ਭਾਵ ਉਸ ਨੂੰ ਜਮਾਂ ਦੀ ਮਾਰ ਪੈਂਦੀ ਹੈ। ਫੇਰ ਉਹ ਵੇਲਾ ਉਸ ਹੱਥ ਨਾ ਆਵੈ। ਜਦੋਂ ਸਤਿਗੁਰਾਂ ਦੀ ਨਿੰਦਿਆ ਕੀਤੀ, ਉਹ ਫਿਰ ਜਦੋਂ ਮਨੁੱਖਾ ਜਨਮ ਗੁਜ਼ਰ ਗਿਆ, ਦੁਬਾਰਾ ਬਖਸ਼ਾਉਣ ਦਾ ਵੇਲਾ ਉਸ ਦੇ ਹੱਥ ਵਿੱਚ ਨਹੀਂ ਆਵੇਗਾ। ਅਤੇ ਉਹ ਆਪਣਾ ਬੀਜਿਆ ਆਪੇ ਖਾਵੈ। ਉਹ ਆਪਣਾ ਬੀਜਿਆ ਹੋਇਆ ਕਰਮ ਆਪ ਹੀ ਖਾਣਾ ਕਰਦਾ ਹੈ। ਜਿਹੇ ਜਾ ਬੀਜੇਗਾ, ਉਹੇ ਜਾ ਹੀ ਵੱਢੇਗਾ। ਭਾਵ ਆਪ ਹੀ ਕਰਮ ਫਲ ਨੂੰ ਭੋਗੇਗਾ। ਨਰਕ ਘੋਰ ਮੋਹ ਕਾਲੈ ਖੜਿਆ, ਕਿ ਉਸ ਨਿੰਦਕ ਦਾ ਮੂੰਹ ਉਸ ਮੋਹ
ਮੂੰਹ ਕਾਲੇ ਵਾਲੇ ਗੁਰ ਨਿੰਦਕ ਨੂੰ, ਜਿਹੜਾ ਨਿੰਦਿਆ ਕਰਨ ਵਾਲਾ ਹੈ, ਉਸ ਮਨਮੁਖ ਨੂੰ, ਕਾਲੇ ਮੂੰਹ ਵਾਲੇ ਨੂੰ, ਨਿੰਦਕ ਨੂੰ, ਜਿਨ੍ਹਾਂ ਦੇ ਅੰਤਸ ਕਰਨ ਰੂਪੀ ਹਿਰਦੇ ਵਿੱਚ ਕਾਲਖ ਹੈ, ਉਹਨਾਂ ਨੂੰ ਭਿਆਨਕ ਨਰਕ ਵਿੱਚ ਖੜਿਆ, ਭਾਵ ਖੜਨਾ ਲਿਜਾਣਾ ਕੀਤਾ ਹੈ। ਮਾਝੇ ਦੀ ਬੋਲੀ ਵਿੱਚ ਲੈ ਕੇ ਜਾਣ ਨੂੰ ਖੜਨਾ ਜਾਂ ਖੜਿਆ ਕਹਿੰਦੇ ਹਨ। ਜਿਉਂ ਤਸਕਰ ਪਾਏ ਗਲਾਵੈ, ਜਦੋਂ ਲਿਜਾ ਕੇ ਖੜਾਉਂਦੇ ਹਨ, ਜਿਵੇਂ ਤਸਕਰ ਚੋਰ ਨੂੰ ਗਲ ਵਿੱਚ ਫਾਹਾ ਭਾਵ ਬੰਧਨ ਪਾ ਕੇ ਪਕੜ ਲੈਂਦਾ ਹੈ। ਅਰਥਾਤ ਕੁੰਡੀ ਤੋੜੇ ਵਾਲੇ ਰੱਸੇ ਨੂੰ ਗਲਾਵੈ ਕਿ ਗਲ ਲਾਭ ਕਿ ਗਲ ਦੀ ਰੱਸੀ ਕਿਹਾ ਜਾਂਦਾ ਹੈ। ਉਹ ਰੱਸੀ ਜੋ ਗਲ ਵਿੱਚ ਪਾਈ ਜਾਵੇ, ਰੱਸੀ ਨੂੰ ਪੋਲ ਪੋਚ ਦੇ ਕੇ ਇਸ ਵਿੱਚ ਖਿੱਚੀ ਪਾਉਣ ਥਾਂ ਰੱਖਣ ਲਵੇ, ਭਾਵ ਗਿੱਚੀ ਪਾ ਕੇ ਗੰਢ ਪੱਕੀ ਕਰ ਦੇਵੇ, ਇਸ ਨੂੰ ਗਲਾਵਾ ਕਹਿੰਦੇ ਹਨ। ਜਿਵੇਂ ਆਮ ਪੁਰਾਣੇ ਸਮਿਆਂ ਵਿੱਚ ਖੂਹ 'ਚੋਂ ਪਾਣੀ ਦੀ ਗਾਗਰ ਕੱਢਣ ਲੱਗਿਆਂ ਕਹਿੰਦੇ ਹਨ ਕਿ ਗਲ 'ਚ ਗਲਾਵਾ ਪਾ ਲਓ, ਅਤੇ ਜਿਹੜਾ ਨਿੰਦਕ ਹੈ ਉਸ ਦੇ ਗਲ ਦੇ ਵਿੱਚ ਫਿਰ ਗਲਾਵਾ ਪੈ ਜਾਂਦਾ ਹੈ। ਫਿਰ ਸਤਿਗੁਰ ਕੀ ਸਰਨੀ ਪਵੈ ਤਾਂ ਉਬਰੈ। ਜੇਕਰ ਫਿਰ ਵੀ ਸਤਿਗੁਰੂ ਸਾਹਿਬ ਜੀ ਦੀ ਸਰਨੀ ਓਟ ਪੈ ਜਾਵੇ ਨਿੰਦਕ ਪੁਰਸ਼, ਤਾਂ ਉਬਰੈ ਬਚਾਅ ਹੋ ਸਕਦਾ ਹੈ। ਇੱਕੋ ਇੱਕ ਬਚਾਅ ਹੈ, ਜੇਕਰ ਸਤਿਗੁਰੂ ਜੀ ਦੀ ਸਰਨੀ ਪੈ ਜਾਵੇ ਤਾਂ ਬਚ ਸਕਦਾ ਹੈ, ਬਚਾਅ ਹੋ ਸਕਦਾ ਹੈ। ਜਾਂ ਹਰ ਹਰ ਨਾਮ ਧਿਆਵੈ, ਜਾਂ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਵਾਹਿਗੁਰੂ ਦਾ ਨਾਮ ਹੈ, ਉਸ ਨੂੰ ਗੁਰਾਂ ਦੁਆਰਾ ਧਿਆਉਣਾ ਕਰੇ ਤਾਂ ਬਚ ਸਕਦਾ ਹੈ। ਨਹੀਂ ਤਾਂ ਫਿਰ ਗਲ ਦੇ ਵਿੱਚ ਫਾਹੇ ਵਾਲੀ ਰੱਸੀ ਪੈ ਹੀ ਜਾਣੀ ਹੈ। ਫਿਰ ਜੇਕਰ ਸਤਿਗੁਰੂ ਜੀ ਦੀ ਸਰਨ ਵਿੱਚ ਪੈ ਕਰਕੇ ਹਰ ਹਰ ਨਾਮ ਨੂੰ ਧਿਆਉਣਾ ਕਰੇਗਾ ਤਾਂ ਬਚ ਸਕਦਾ ਹੈ। ਹਰ ਬਾਤਾਂ ਆਖ ਸੁਣਾਏ ਨਾਨਕ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਦੀਆਂ ਬਾਤਾਂ, ਸੱਚਖੰਡ ਦੀਆਂ ਗੱਲਾਂ ਕਥਨ ਕਰਕੇ ਸੁਣਾਈਆਂ ਹਨ। ਭਾਵ ਜੋ ਅਗੰਮੀ ਗੱਲ ਲੋਕ ਪਰਲੋਕ ਵਿੱਚ ਵਰਤੀ ਹੈ, ਮਾਤ ਲੋਕ ਦੇ ਜੀਆਂ ਦੀ ਕਲਿਆਣ ਵਾਸਤੇ, ਪਾਪਾਂ ਤੋਂ ਮੁਕਤ ਹੋਣ ਵਾਸਤੇ ਸੁਣਾ ਰਹੇ ਹਾਂ। ਇਹ ਅਗੰਮੀ ਗੱਲ ਕਰਤੇ ਅਕਾਲ ਪੁਰਖ ਵਾਹਿਗੁਰੂ ਨੂੰ ਏਵੈ ਭਾਵੈ ਇਸੇ ਤਰ੍ਹਾਂ ਭਾਉਂਦੀ ਹੈ। ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨ ਮੰਨੈ। ਜੋ ਜੀਵ ਪੂਰਨ ਸਤਿਗੁਰਾਂ ਦਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਆਗਿਆ ਨੂੰ ਨਹੀਂ ਮੰਨਦਾ, ਉਹ ਮਨਮੁਖ ਅਗਿਆਨ ਮੁੱਠਾ ਵਿਖਮਾਇਆ। ਉਹ ਮਨਮੁਖ ਮਨ ਦੇ ਆਖੇ ਲੱਗਣ ਵਾਲਾ ਅਗਿਆਨੀ, ਗਿਆਨ ਤੋਂ ਰਹਿਤ ਤੇ ਅਗਿਆਨ ਦੇ ਸਹਿਤ ਜ਼ਹਿਰ ਰੂਪੀ ਮਾਇਆ ਨੂੰ ਮੁੱਠਾ ਹੁੰਦਾ ਲੁੱਟਿਆ ਗਿਆ ਹੈ ਕਿ ਮਾਇਆ ਨੇ ਉਸ ਨੂੰ ਲੁੱਟ ਲਿਆ ਹੈ। ਉਸ ਅੰਦਰ ਕੂੜ ਕੂੜੋ ਕਰ ਬੂਝੈ ਕਿ ਜਿਹੜਾ ਮਨਮੁਖ ਜੀਵ ਪੂਰਨ ਸਤਿਗੁਰਾਂ ਨੂੰ, ਸਤਿਗੁਰੂ ਜੀ ਦਾ ਹੁਕਮ ਨਹੀਂ ਮੰਨਦਾ, ਆਗਿਆ ਨਹੀਂ ਮੰਨਦਾ, ਉਸ ਅੰਦਰ ਕੂੜ ਕੂੜੋ ਕਰ ਬੂਝੈ। ਉਸ ਦੇ ਹਿਰਦੇ ਅੰਦਰ ਝੂਠ ਹੈ, ਇਸ ਕਰਕੇ ਸੱਚ ਨੂੰ ਵੀ ਝੂਠ ਹੀ ਸਮਝਦਾ ਹੈ। ਅਣਹੋਂਦੇ ਝਗੜੇ ਦਈਏ ਉਸ ਦਾ ਗਲ ਪਾਇਆ ਕਿ ਪ੍ਰੇਰਕ ਪਰਮੇਸ਼ਰ ਨੇ ਉਸ ਦੇ ਗਲ ਵਿੱਚ ਅਣ ਹੋਏ ਭਾਵ ਬੇਅੰਤ ਝਗੜੇ ਪਾ ਦਿੱਤੇ ਹਨ ਕਿ ਹਰ ਵਕਤ ਉਸ ਪਾਸੇ ਹੀ ਝਗੜਿਆਂ ਵਿੱਚ ਖਪਦਾ ਰਹਿੰਦਾ ਹੈ। ਉਸ ਪਾਸੇ ਹੀ ਝਗੜਿਆਂ ਵਿੱਚ ਖਪਦਾ ਰਹੇ। ਇਹ ਜਿਹੇ ਝਗੜੇ ਉਸ ਦੇ ਗਲ ਵਿੱਚ ਪਾ ਦਿੱਤੇ ਹਨ। ਜੋ ਝਗੜੇ ਕਿਸੇ ਹੋਰ ਦੇ ਹੋਣ ਅਤੇ ਕਿਸੇ ਹੋਰ ਦੇ ਗਲ ਪੈ ਜਾਣ, ਉਸ ਨੂੰ ਅਣਹੋਂਦੇ ਝਗੜੇ ਕਹਿੰਦੇ ਹਨ, ਜਿਸ ਦੇ ਅੰਦਰ ਝੂਠ ਹੈ ਕਿ ਸੱਚ ਨਹੀਂ ਹੈ।
कि सच नूं भी झूठ ही समझदा है, फिर उस दे गल दे विच अणहोंदे झगड़े वाहिगुरू पा दिंदा है। ओह गल फरोसी करे बहु तेरी, ओह गुर निंदक बहुत सारियां गल्लां नूं फरोसी हुंदा है बेचना करदा है। फारसी विच फरोसी दा अर्थ बेचना है कि जिवें किताबां बेचण वाले हुंदे हन ਉਹ ਫਰੋਸੀ ਕਰਦੇ ਹਨ, ਇਸ ਇਹ ਗੱਲਾਂ ਵੀ ਫਰੋਸੀ ਕਰਦਾ ਹੈ ਜੀਵ। ਜੋ ਗੁਰੂ ਦੀ ਨਿੰਦਿਆ ਕਰਨ ਵਾਲਾ ਗੁਰਨਿੰਦਕ ਹੈ, ਬਹੁਤੀਆਂ ਸਾਰੀਆਂ ਗੱਲਾਂ ਨੂੰ ਫਰੋਸੀ ਵੇਚਣਾ ਕਰਦਾ ਹੈ ਕਿ ਗੱਲਾਂ ਦੀ ਕਮਾਈ ਹੀ ਖਾਂਦਾ ਹੈ, ਝੂਠੀਆਂ ਗਵਾਹੀਆਂ ਦਿੰਦਾ ਹੈ ਅਤੇ ਝੂਠੀਆਂ ਗਵਾਹੀਆਂ ਦੇ ਕੇ ਪੈਸੇ ਲੈ ਕੇ ਗੱਲਾਂ ਵੇਚਦਾ ਹੈ। ਇਸ ਨੂੰ ਮਹਾਰਾਜ ਜੀ ਕਹਿਣ ਲੱਗੇ, ਉਸ ਦਾ ਬੋਲਿਆ ਕਿਸੇ ਨਾ ਭਾਇਆ, ਕਿ ਜਿਹੜਾ ਪੈਸੇ ਲੈ ਕੇ ਗਵਾਹੀ ਦੇਣੀ, ਚਾਹ ਦੀ ਪਿਆਲੀ ਪਿਲਾ ਦੇਗੇ, ਤੇਰੀ ਉਗਾਹੀ ਦੇ ਦਿਆਂਗੇ, ਉਸ ਦਾ ਇਹੋ ਜਿਹਾ ਬੋਲਿਆ ਹੋਇਆ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਭਾਉਂਦਾ ਨਹੀਂ ਹੈ। ਉਹ ਘਰ ਘਰ ਹੰਢੈ ਜਿਉਂ ਰੰਨ ਦੁਹਾਗਣ, ਉਹ ਮਨੁੱਖ ਘਰ ਘਰ ਉਗਾਹੀ ਦੇਣ ਵਾਲਾ, ਝੂਠੀਆਂ ਗਵਾਹੀਆਂ ਦੇਣ ਵਾਸਤੇ ਇਸ ਤਰ੍ਹਾਂ ਫਿਰਦਾ ਹੈ ਜਿਵੇਂ ਦੁਹਾਗਣ ਛੁੱਟੜ ਇਸਤਰੀ ਔਗਣਾ ਵਾਲੀ ਦੁਰਾਚਾਰ ਵਾਸਤੇ ਘਰ ਘਰ ਤੁਰੀ ਫਿਰਦੀ ਹੈ। ਜੋ ਮਨੁੱਖ ਝੂਠੀ ਗਵਾਹੀ ਦੇਣ ਵਾਸਤੇ ਕਿ ਕਿਸੇ ਦੇ ਘਰਾਂ ਦੇ ਵਿੱਚ ਫਿਰਦਾ ਹੈ, ਇਸੇ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ, ਉਹ ਘਰ ਘਰ ਹੰਢੈ ਜੋ ਰੰਨ ਦੁਹਾਗਣ, ਕਿ ਜਿਵੇਂ ਦੁਹਾਗਣ ਛੁੱਟੜ ਇਸਤਰੀ ਔਗਣਾ ਵਾਲੀ ਦੁਰਾਚਾਰ ਵਾਸਤੇ ਘਰ ਘਰ ਤੁਰੀ ਫਿਰਦੀ ਹੈ, ਉਸ ਛੁੱਟੜ ਇਸਤਰੀ ਨਾਲ ਜਿਹੜੀ ਉਸ ਨਾਲ ਮੋਹ ਜੋੜੇ, ਉਸ ਵੀ ਲੱਛਣ ਲਾਇਆ ਕਿ ਜਿਹੜਾ ਉਸ ਇਸਤਰੀ ਨਾਲ ਦੁਰਾਚਾਰੀ ਨਾਲ ਮੂੰਹ ਜੋੜ ਲਵੇ, ਉਸ ਦੇ ਅੰਦਰ ਵੀ ਵਿਵਚਾਰ ਦਾ ਲੱਛਣ ਭਾਵ ਕਲੰਕ ਲੱਗ ਜਾਂਦਾ ਹੈ, ਖੋਟਾ ਲੱਛਣ ਲੱਗ ਜਾਂਦਾ ਹੈ। ਇਸੇ ਪ੍ਰਕਾਰ ਜਿਹੜਾ ਪੁਰਸ਼ ਨਿੰਦਕ ਕਿਸੇ ਨਾਲ ਮੂੰਹ ਜੋੜਦਾ ਹੈ, ਭਾਵ ਉਸ ਦੀ ਸੰਗਤ ਕਰਦਾ ਹੈ, ਉਸ ਨੂੰ ਵੀ ਨਿੰਦਕ ਪੁਣੇ ਦਾ ਚਿੰਨ੍ਹ ਲੱਗ ਜਾਂਦਾ ਹੈ, ਲੱਛਣ ਲੱਗ ਜਾਂਦਾ ਹੈ। ਗੁਰਮੁਖ ਹੋਏ ਸੋ ਉਲਿਪਤੋ ਵਰਤੈ, ਜੋ ਗੁਰਮੁਖ ਹੁੰਦਾ ਹੈ, ਮੁਖੀ ਗੁਰਾਂ ਦੀਆਂ ਵਿਚਾਰਾਂ ਸੁਣਦਾ ਹੈ, ਗੁਰੂ ਦੀ ਵਿਚਾਰ 'ਤੇ ਚੱਲਦਾ ਹੈ, ਉਹ ਮਨਮੁਖਾਂ ਦੀ ਸੰਗਤ ਤੋਂ ਅਲਿਪਤੋ ਨਿਰਲੇਪ ਹੋ ਕੇ ਵਰਤਦਾ ਹੈ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਜੋ ਗੁਰਮੁਖ ਹੁੰਦਾ ਹੈ ਉਹ ਮਨਮੁਖਾਂ ਦੀ ਸੰਗਤ ਤੋਂ ਨਿਰਲੇਪ ਹੋ ਕੇ ਵਰਤਦਾ ਹੈ। ਅਤੇ ਗੁਰਮੁਖ ਜਨਾਂ ਨੂੰ ਜੇ ਮਨਮੁਖ ਬਹੁਤਾ ਮੋਹ ਕਰੇ ਕਿ ਮੈਂ ਗੱਲ ਕੰਨੀ ਪਾ ਕੇ ਹੀ ਛੱਡਣੀ ਹੈ, ਤਾਂ ਗੁਰਮੁਖ ਉਸ ਦੇ ਪਾਸ ਨਹੀਂ ਬਹਿੰਦਾ, ਕਿ ਉਸ ਦਾ ਪਾਸਾ ਹੀ ਤਿਆਗ ਕੇ ਗੁਰੂ ਸਾਹਿਬ ਜੀ ਦੀ ਸੰਗਤ ਕੋਲ ਆ ਕੇ ਬੈਠ ਜਾਂਦਾ ਹੈ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਗੁਰਮੁਖ ਹੋਏ ਸੋ ਉਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰਮੁਖ ਹੁੰਦਾ ਹੈ ਉਹ ਮਨਮੁਖਾਂ ਦੀ ਸੰਗਤ ਤੋਂ ਨਿਰਲੇਪ ਹੋ ਕੇ ਵਰਤਦਾ ਹੈ। ਅਤੇ ਗੁਰਮੁਖ ਜਨਾਂ ਨੂੰ ਜੇ ਮਨਮੁਖ ਬਹੁਤਾ ਮੋਹ ਕਰੇ ਕਿ ਮੈਂ ਤੇਰੇ ਕੰਨੀ ਗੱਲ ਪਾ ਕੇ ਛੱਡਣੀ ਹੈ, ਅਤੇ ਉਸ ਦਾ ਮਗਰਾ ਕਰਦਾ ਹੈ, ਉਸ ਨੂੰ ਭੈੜੀਆਂ ਗੱਲਾਂ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਗੁਰਮੁਖ ਉਸ ਦਾ ਪਾਸਾ ਹੀ ਛੱਡ ਦਿੰਦਾ ਹੈ, ਉਸ ਦਾ ਸਾਥ ਹੀ ਛੱਡ ਦਿੰਦਾ ਹੈ ਅਤੇ ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਬੈਠ ਜਾਂਦਾ ਹੈ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ, ਕਿ ਹੇ ਸਰੰਸ਼ ਸ੍ਰੇਸ਼ਟ ਜਨੋ, ਹੇ ਗੁਰਮੁਖ ਜਨੋ, ਮੁਖੀ ਜਨੋ, ਜਿਹੜਾ ਆਪਣੇ ਗੁਰੂ ਨੂੰ ਗੋਪੇ ਛਪਾ ਲਵੇ ਉਹ ਚੰਗਾ ਪੁਰਸ਼ ਨਹੀਂ ਹੁੰਦਾ।
ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ। ਕਿ ਹੇ ਗੁਰਮੁਖ ਜਨੋ, ਜਿਹੜਾ ਆਪਣੇ ਗੁਰੂ ਨੂੰ ਛੁਪਾ ਲਵੇ, ਗੁਰੂ ਨੂੰ ਲੁਕਾ ਲਵੇ, ਉਹ ਚੰਗਾ ਪੁਰਸ਼ ਨਹੀਂ ਹੁੰਦਾ। ਉਸ ਨੇ ਮੁਕਤੀ ਦਾ ਲਾਹਾ, ਮੂਲ ਕਾਰਨ ਰੂਪ ਪੁੰਨ ਆਦਿਕ ਸਾਰਾ ਕੁਝ ਗਵਾ ਲੈਣਾ ਕੀਤਾ ਹੈ। ਓਨ ਲਾਹਾ ਮੂਲ ਗਵਾਇਆ। ਕਿ ਇਸੇ ਪ੍ਰਕਾਰ ਮੂਲ ਰੂਪ ਨਾਮ, ਮੂਲ ਰੂਪ ਸਵਾਸ ਅਤੇ ਗਿਆਨ ਦਾ ਲਾਹਾ, ਹਰੀ ਵਾਹਿਗੁਰੂ ਦਾ ਮੂਲ ਰੂਪ ਲਾਹਾ ਆਦਿਕ ਸਭ ਕੁਝ ਉਸ ਨੇ ਗਵਾ ਲਿਆ ਹੈ, ਜਿਹੜਾ ਆਪਣੇ ਗੁਰੂ ਨੂੰ ਛੁਪਾ ਲੈਂਦਾ ਹੈ। ਪਹਿਲਾਂ ਆਗਮ ਨਿਗਮ ਨਾਨਕ ਆਖ ਸੁਣਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੀ ਪਹਿਲੀ ਗੱਲ ਸ਼ਾਸਤਰਾਂ ਦੇ ਨਿਯਮ ਵੇਦਾਂ ਤੋਂ ਪਰੇ ਹੈ, ਭਾਵ ਜਿਹੜੀ ਵੇਦਾਂ ਸ਼ਾਸਤਰਾਂ ਤੋਂ ਅਗੰਮੀ ਹੈ, ਉਹ ਕਥਨ ਕਰਕੇ ਸੁਣਾ ਦਿੱਤੀ ਹੈ ਸਤਿਗੁਰਾਂ ਨੇ। ਜੋ ਪਰਲੋਕ ਵਿੱਚ ਹੋਣੀ ਹੈ ਉਹ ਪੂਰਨ ਸਤਿਗੁਰਾਂ ਦਾ ਉਪਦੇਸ਼ ਵੇਖ ਲੈਣਾ ਕਰੋ। ਪੂਰੇ ਗੁਰ ਕਾ ਬਚਨ ਉੱਪਰ ਆਇਆ। ਕਿ ਉਸੇ ਪ੍ਰਕਾਰ ਕਿ ਜਿਹੜਾ ਵੇਦਾਂ ਸ਼ਾਸਤਰਾਂ ਤੋਂ ਉੱਤੇ ਆ ਗਿਆ ਹੈ, ਭਾਵ ਜਿਵੇਂ ਸਤਿਗੁਰਾਂ ਨੇ ਕਿਹਾ ਸੀ ਉਸੇ ਪ੍ਰਕਾਰ ਮਨਮੁਖਾਂ ਨੂੰ ਫਲ ਮਿਲਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਹਿਲਾਂ ਪ੍ਰਥਮ ਆਗਮ ਨਿਗਮ ਸ਼ਾਸਤਰ ਵੇਦ ਜਿਸ ਗੱਲ ਨੂੰ ਕਹਿ ਕੇ ਸੁਣਾ ਰਹੇ ਹਨ, ਪੂਰਨ ਗੁਰਾਂ ਦਾ ਵਚਨ ਉਪਦੇਸ਼ ਵੀ ਉੱਪਰਲੇ ਪ੍ਰਸੰਗ ਵਿੱਚ ਇਸੇ ਤਰ੍ਹਾਂ ਆਇਆ ਹੈ। ਆਦਿ ਤੋਂ ਹੀ ਵੇਦ ਸ਼ਾਸਤਰ ਇਹ ਕਹਿ ਕੇ ਸੁਣਾ ਰਹੇ ਹਨ ਕਿ ਗੁਰਾਂ ਦੇ ਵਚਨ ਸਾਰਿਆਂ ਤੋਂ ਅਧਿਕ ਹਨ। ਜੈਸਾ ਕਿ ਤੁਮਰੀ ਗਤਮਿਤ ਤੁਮ ਹੀ ਜਾਨੀ। ਅੱਗੇ ਮਹਾਰਾਜ ਜੀ ਸਮਝਾ ਰਹੇ ਹਨ, ਗੁਰ ਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ। ਗੁਰ ਸਿੱਖਾਂ ਨੂੰ ਤਾਂ ਪੂਰਨ ਸਤਿਗੁਰਾਂ ਦੀ ਵਡਿਆਈ ਮਹਿਮਾ ਚੰਗੀ ਲੱਗਦੀ ਹੈ, ਅਤੇ ਮਨਮੁਖ ਉਹ ਵੇਲਾ ਹੱਥ ਨਾ ਆਇਆ। ਮਨਮੁਖਾਂ ਦੇ ਪਿੱਛੇ ਲੱਗਣ ਵਾਲੇ ਲੋਕਾਂ ਨੂੰ ਉਹ ਵੇਲਾ, ਉਹ ਵਕਤ, ਭਾਵ ਗੁਰਾਂ ਦੇ ਨਾਲ ਮਿਲ ਕੇ ਆਪਣੇ ਪਾਪਾਂ ਨੂੰ ਬਚਾਉਣ ਦਾ ਸਮਾਂ ਹੱਥ ਨਹੀਂ ਆਉਂਦਾ। ਪੌੜੀ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਸੱਚ ਸੱਚਾ ਸਬਦੂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। हे ਭਾਈ, ਨਿਸ਼ਚੇ ਕਰਕੇ ਸੱਚਾ ਪਰਮੇਸ਼ਰ ਪਿੱਛੇ ਵੀ ਸੱਚਾ ਸੀ ਤੇ ਹੁਣ ਵੀ ਸੱਚਾ ਹੈ, ਅੱਗੇ ਨੂੰ ਵੀ ਸੱਚਾ ਹੋਵੇਗਾ ਅਤੇ ਸਾਰਿਆਂ ਤੋਂ ਵੱਡਾ ਹੈ। ਉਸ ਪਰਮਾਤਮਾ ਨੂੰ ਉਹ ਪਾ ਲੈਂਦਾ ਹੈ ਜਿਸ ਦੇ ਮਨ ਨੂੰ ਸਤਿਗੁਰੂ ਜੀ ਟਿੱਕੇ ਸਥਿਤ ਕਰ ਦਿੰਦੇ ਹਨ, ਟਿਕਾ ਦਿੰਦੇ ਹਨ, ਭਾਵ ਜਿਸ ਦੇ ਮੱਥੇ ਉੱਪਰ ਉਪਦੇਸ਼ ਰੂਪੀ ਤਿਲਕ, ਉਪਦੇਸ਼ ਰੂਪੀ ਟਿੱਕਾ ਲਾ ਦਿੰਦੇ ਹਨ, ਜਿਸ ਨੂੰ ਸਤਿਗੁਰੂ ਸਾਹਿਬ ਜੀ ਆਪਣਾ ਟਿੱਕੇ ਹੁੰਦਾ ਪੁੱਤਰ ਭਾਵ ਸਿੱਖ ਬਣਾ ਲੈਂਦੇ ਹਨ, ਉਹ ਪਰਮਾਤਮਾ ਨੂੰ ਪਾ ਲੈਂਦਾ ਹੈ। ਜੋ ਸਤਿਗੁਰ ਵਾਹਿਗੁਰੂ ਸੋ ਸਤਿਗੁਰ ਜੇ ਸੱਚ ਧਿਆਏ ਦਾ, ਸੱਚ ਸੱਚਾ ਸਤਿਗੁਰ ਟਿੱਕੇ। ਉਹੀ ਸਤਿਗੁਰੂ ਸਾਹਿਬ ਜੀ ਹਨ ਜਿਹੜਾ ਸੱਚ ਸਰੂਪ ਪ੍ਰਭੂ ਨੂੰ ਧਿਆਉਂਦਾ ਹੈ, ਨਿਸ਼ਚੇ ਕਰਕੇ ਕਿ ਸੱਚਾ ਅਕਾਲ ਪੁਰਖ ਤੇ ਸਤਿਗੁਰੂ ਇੱਕੋ ਜੋਤ ਹੈ। ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਬਸ ਸਿੱਕੇ। ਕਿ ਉਹੀ ਸਤਿਗੁਰੂ ਪੁਰਖ ਹੈ ਜਿਸ ਨੂੰ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੈਰੀ ਛਿੱਕੇ ਹੁੰਦਾ ਖਿੱਚ ਕੇ ਅਧੀਨ ਕੀਤੇ ਹਨ, ਜੋ ਆਪਣੇ ਸਿੱਖਾਂ ਦੇ ਹਿਰਦੇ ਚੋਂ ਵੀ ਖਿੱਚ ਕੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਬਾਹਰ ਕੱਢ ਦਿੱਤੇ ਹਨ। ਇਸ ਪ੍ਰਕਾਰ ਜੈਸੇ ਕਿ ਮੱਖਣ ਵਿੱਚੋਂ ਵਾਲ ਕੱਢੀਦਾ ਹੈ, ਜਿਨ੍ਹਾਂ ਨੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਵਿੱਚੋਂ ਕੱਢ ਦਿੱਤੇ ਹਨ। ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਜਿਹੜੇ ਸਤਿਗੁਰੂ ਸਾਹਿਬ ਜੀ ਦੀ ਬਗੈਰ ਟਹਿਲ ਤੋਂ ਆਪਣੇ ਆਪ ਹੀ ਬ੍ਰਹਮ ਗਣਾਉਂਦੇ ਹਨ ਕਿ ਮੈਂ ਬ੍ਰਹਮ ਗਿਆਨੀ ਬਣ ਗਿਆ ਹਾਂ, ਭਾਵ ਹੰਕਾਰ ਕਰਦੇ ਹਨ। ਤਿੰਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ, ਉਹਨਾਂ ਦੇ ਹਿਰਦੇ ਅੰਦਰ ਤਾਂ ਝੂਠ ਹੈ ਅਤੇ ਉਹ ਵਿਸ਼ਿਆਂ ਦੇ ਫਟਕਾਰੇ ਹੋਏ ਅਤੇ
ਮੂੰਹੋਂ ਬੇਰਸੀ ਦੀਆਂ ਗੱਲਾਂ ਕਰਨੇ ਕਰਕੇ ਫਿਟਕਾਰ ਹੀ ਪੈਂਦੀ ਹੈ। ਉਹ ਬੋਲੇ ਕਿਸੈ ਨਾ ਭਾਵਨੀ, ਮੂੰਹ ਕਾਲੇ ਸਤਿਗੁਰ ਤੇ ਚੁੱਕੇ। ਕਿਸੇ ਨੂੰ ਉਹਨਾਂ ਦੇ ਬਚਨ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਦੇ ਮੂੰਹ ਨਿੰਦਿਆ ਕਰਕੇ ਕਾਲੇ ਹੋਏ ਹੁੰਦੇ ਹਨ। ਇਸ ਕਰਕੇ ਉਹ ਸਤਿਗੁਰਾਂ ਤੋਂ ਚੁੱਕੇ ਉਕ ਭਾਵ ਭੁੱਲ ਗਏ ਹਨ। ਇਸੇ ਕਰਕੇ ਉਹਨਾਂ ਦਾ ਬੋਲਿਆ ਹੋਇਆ, ਉਹਨਾਂ ਦੇ ਬਚਨ ਭਾਵਨੀ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਦੇ ਮੂੰਹ ਨਿੰਦਿਆ ਕਰਕੇ ਕਾਲੇ ਹੁੰਦੇ ਹਨ। ਇਸ ਕਰਕੇ ਉਹ ਸਤਿਗੁਰਾਂ ਤੋਂ ਉੱਕ ਗਏ ਹਨ, ਭਾਵ ਸਤਿਗੁਰਾਂ ਨੂੰ ਭੁੱਲ ਗਏ ਹਨ। ਅੱਗੇ ਮਹਾਰਾਜ ਜੀ ਸ਼ਲੋਕ ਦੇ ਅੰਦਰ ਸਮਝਾ ਰਹੇ ਹਨ। ਸ਼ਲੋਕ ਮਹੱਲਾ ਚੌਥਾ। ਹਾਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ, ਹਾਰ ਪ੍ਰਭ ਕਾ ਸਭ ਖੇਤ ਹੈ। ਇਹ ਸਾਰਾ ਸੰਸਾਰ ਹੈ ਜਿਹੜਾ ਹਰੀ ਵਾਹਿਗੁਰੂ ਅਕਾਲ ਪੁਰਖ ਦਾ ਖੇਤ ਹੈ, ਪੈਲੀ ਹੈ, ਭਾਵ ਭੂਮੀ ਦੀ ਨਿਆਈ ਹੈ, ਜ਼ਮੀਨ ਦੀ ਨਿਆਈ ਹੈ। ਹਰ ਆਪ ਕਿਰਸਾਣੀ ਲਾਇਆ, ਹਰੀ ਵਾਹਿਗੁਰੂ ਨੇ ਆਪ ਹੀ ਕਰਮਾ ਰੂਪੀ ਕਿਰਸਾਣੀ ਖੇਤੀ ਵਿੱਚ ਸਾਰਿਆਂ ਜੀਵਾਂ ਨੂੰ ਲਾਇਆ ਹੋਇਆ ਹੈ, ਭਾਵ ਜੀਵਾਂ ਦੀ ਵਾਸਨਾ ਅਨੁਸਾਰ ਜਿਹੋ ਜਿਹਾ ਵਪਾਰ ਭਾਉਂਦਾ ਹੈ, ਉਸੇ ਤਰ੍ਹਾਂ ਖੇਤੀ ਵਿੱਚ ਇਹ ਸੰਸਾਰੀ ਜੀਵ ਲਾਏ ਹੋਏ ਹਨ। ਹਾਰ ਪ੍ਰਭ ਕਾ ਸਭ ਖੇਤ ਹੈ। ਇਹ ਸਭ ਸਾਰਾ ਸੰਸਾਰ ਹੈ ਜਿਹੜਾ ਹਰੀ ਵਾਹਿਗੁਰੂ ਅਕਾਲ ਪੁਰਖ ਦਾ ਖੇਤ ਹੈ, ਪੈੜੀ ਹੈ, ਭਾਵ ਭੂਮੀ ਹੈ, ਇਹ ਭੂਮੀ ਦੀ ਨਿਆਈ ਹੈ। ਹਰ ਆਪ ਕਿਰਸਾਣੀ ਲਾਇਆ, ਹਰੀ ਵਾਹਿਗੁਰੂ ਨੇ ਆਪ ਹੀ ਕਰਮਾ ਰੂਪੀ ਕਿਰਸਾਣੀ ਖੇਤੀ ਵਿੱਚ ਸਾਰਿਆਂ ਜੀਵਾਂ ਨੂੰ ਲਗਾਇਆ ਹੈ, ਭਾਵ ਜੀਵਾਂ ਦੀ ਵਾਸਨਾ ਅਨੁਸਾਰ ਜਿਹੋ ਜਿਹਾ ਵਪਾਰ ਭਾਉਂਦਾ ਹੈ ਪਰਮੇਸ਼ਰ ਨੂੰ, ਉਸੇ ਤਰ੍ਹਾਂ ਖੇਤੀ ਵਿੱਚ ਇਹ ਜੀਵ ਲਗਾਏ ਹੋਏ ਹਨ। ਗੁਰਮੁਖ ਬਖਸ਼ ਜਮਾਈਨ, ਗੁਰਮੁਖ ਜਨ ਬਿਦ ਨਖੇਦ ਕਰਮਾਂ ਤੋਂ ਰਹਿਤ ਹੋ ਕੇ, ਗੁਰਾਂ ਤੋਂ ਬਖਸ਼ਿਸ਼ ਲੈ ਕੇ ਨਾਮ ਦਾ ਸ਼ਰਾਵਣ ਕਰਨ ਰੂਪ ਬੀਜ ਦੇ ਮੰਨਣ ਰੂਪੀ ਖੇਤੀ ਜਮਾਈਨ ਜਮਾਉਂਦੇ ਹਨ। ਅਤੇ ਮਨਮੁਖੀ ਮੂਲ ਗਵਾਇਆ, ਅਤੇ ਮਨਮੁਖਾਂ ਨੇ ਸਵਾਸਾ ਰੂਪੀ ਮੂਲ ਬੇਅਰਥ ਗਵਾ ਲਿਆ ਹੈ, ਭਾਵ ਮਨੁੱਖਾ ਜਨਮ ਹੱਥੋਂ ਬੇਅਰਥ ਹੀ ਗਵਾ ਲਿਆ ਹੈ। ਕਿ ਗੁਰਮੁਖ ਜਨਾਂ ਨੇ ਬਿਦ ਨਖੇਦ ਕਰਮਾਂ ਤੋਂ ਰਹਿਤ ਹੋ ਕੇ, ਗੁਰਾਂ ਤੋਂ ਬਖਸ਼ਿਸ਼ ਲੈ ਕੇ ਨਾਮ ਦਾ ਸ਼ਰਾਵਣ ਕਰਨ ਰੂਪੀ ਬੀਜ ਮੰਨਣ ਰੂਪੀ ਖੇਤੀ ਜਮਾਉਂਦੇ ਹਨ। ਅਤੇ ਮਨਮੁਖਾਂ ਨੇ ਸਵਾਸਾ ਰੂਪੀ ਮੂਲ ਨੂੰ ਬੇਅਰਥ ਗਵਾ ਲਿਆ ਹੈ। ਇਹ ਅਮੋਲਕ ਸਵਾਸ ਮਿਲੇ ਹਨ, ਨਾਮ ਜਪਣ ਤੋਂ ਬਿਨਾਂ ਬੇਅਰਥ ਹੀ ਗਵਾ ਲਏ ਹਨ, ਭਾਵ ਮਨੁੱਖਾ ਜਨਮ ਜਿਹੜਾ ਹੱਥੋਂ ਬੇਅਰਥ ਹੀ ਨਾਮ ਜਪੇ ਤੋਂ ਬਿਨਾਂ ਗਵਾ ਲਿਆ ਹੈ। ਸਭ ਕੋ ਬੀਜੈ ਆਪਣੇ ਭਲੇ ਨੂੰ, ਸਾਰੇ ਕੋਈ ਆਪਣੇ ਭਲੇ ਆਪਣੇ ਚੰਗੇ ਤਾਈਂ ਆਪਣੇ ਸਰੀਰ ਰੂਪ ਖੇਤ ਵਿੱਚ ਕਰਮ ਕਾਂਡ ਰੂਪੀ ਬੀਜ ਬੀਜਦੇ ਹਨ। ਪਰ ਹਰ ਭਾਵੈ ਸੋ ਖੇਤ ਜਮਾਇਆ, ਪਰ ਹਰੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਜੋ ਕੁਝ ਵੀ ਹਰੀ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ, ਉਹ ਸਰੀਰ ਰੂਪੀ ਖੇਤ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਗੁਰਾਂ ਦੁਆਰਾ ਪਰਮੇਸ਼ਰ ਨੂੰ ਜਮਾਇਆ ਉਗਾਉਣਾ ਕੀਤਾ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਗੁਰਸਿੱਖੀ ਹਰ ਅੰਮ੍ਰਿਤ ਬੀਜਿਆ। ਗੁਰਸਿੱਖਾਂ ਨੇ ਹਰੀ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਸਤਿਗੁਰਾਂ ਪਾਸੋਂ ਉਪਦੇਸ਼ ਲੈ ਕੇ ਬੀਜਣਾ, ਭਾਵ ਜਪਿਆ ਹੈ। ਅਤੇ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਪਰਮੇਸ਼ਰ ਦੇ ਨਾਮ ਅੰਮ੍ਰਿਤ ਕਰਕੇ ਹੀ ਅਮਰ ਕਰਨ ਵਾਲਾ ਗਿਆਨ ਰੂਪੀ ਫਲ ਪਾਉਣਾ ਕੀਤਾ ਹੈ। ਜਮ ਚੂਹਾ ਕਿਰਸ ਨਿਤ ਪੁਰਖ ਦਾ,
ਹਰ ਕਰਤੈ ਮਾਰ ਕਢਾਇਆ, ਕਿ ਸਾਰਿਆਂ ਦੀ ਸਰੀਰ ਰੂਪੀ ਭਾਵ ਸਵਾਸਾ ਰੂਪੀ ਖੇਤੀ, ਤਾਈ ਜਾਮ ਰੂਪੀ ਚੂਹਾ ਹਮੇਸ਼ਾ ਕੁਰਕਦਾ ਕੁਤਰ ਰਿਹਾ ਹੈ। ਹਰੀ ਕਰਤੇ ਕਰਤਾਰ ਦੇ ਰੂਪ ਸਤਿਗੁਰਾਂ ਦੇ ਉਪਦੇਸ਼ ਦੇ ਕੇ ਇਸ ਨੂੰ ਮਾਰ ਕਢਾਇਆ, ਕੱਢ ਦਿੱਤਾ ਹੈ। ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤੈ ਮਾਰ ਕਢਾਇਆ। ਇਸ ਕਰਮ ਰੂਪੀ ਖੇਤੀ ਵਿੱਚ ਜਿਹੜੇ ਸ਼ੁਭ ਗੁਣ ਜੰਮੇ ਹੋਏ ਹਨ, ਉਹਨਾਂ ਨੂੰ ਹੰਕਾਰ ਰੂਪੀ ਚੂਹਾ ਨਿਤਾ ਪ੍ਰਤੀ ਟੁੱਕ ਰਿਹਾ ਹੈ, ਅਤੇ ਜਿਨ੍ਹਾਂ ਨੇ ਹਰੀ ਕਰਤੇ ਪੁਰਖ ਦੀ ਸ਼ਰਨ ਲਈ ਹੈ, ਉਹਨਾਂ ਦੇ ਹਿਰਦੇ ਵਿੱਚੋਂ ਪਰਮੇਸ਼ਰ ਨੇ ਹੰਕਾਰ ਰੂਪੀ ਚੂਹਾ ਕੱਢ ਦਿੱਤਾ ਹੈ। ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤੈ ਮਾਰ ਕਢਾਇਆ, ਕਿ ਜਿਹੜਾ ਅੰਤਸ ਕਰਨ ਹਿਰਦੇ ਦੇ ਅੰਦਰ ਅਗਿਆਨ ਰੂਪੀ ਚੂਹਾ ਜਮਾ ਹੋਇਆ ਹੈ, ਜਿਹੜਾ ਹਿਰਦੇ ਦੇ ਅੰਦਰ ਅਗਿਆਨ ਰੂਪੀ ਚੂਹਾ ਜਮਾ ਹੋਇਆ ਹੈ, ਇਹ ਭਗਤੀ ਰੂਪੀ ਖੇਤੀ ਨੂੰ ਨਿਤਾ ਪ੍ਰਤੀ ਕੁਰਕ ਰਿਹਾ ਹੈ। ਇਸ ਨੂੰ ਹਰੀ ਕਰਤੇ ਪੁਰਖ ਦੇ ਰੂਪ ਸਤਿਗੁਰਾਂ ਦੇ ਗਿਆਨ ਦੁਆਰਾ ਮਾਰ ਕੇ ਅਗਿਆਨ ਰੂਪੀ ਚੂਹੇ ਦੇ ਤਾਈਂ ਕੱਢਣਾ ਕੀਤਾ ਹੈ। ਕਿਰਸਾਣੀ ਜੰਮੀ ਭਾਉ ਕਰ, ਹਰ ਬੋਹਲ ਬਖਸ਼ ਜਮਾਇਆ। ਇਸ ਪ੍ਰਕਾਰ ਪ੍ਰੇਮ ਕਰਨੇ ਕਰਕੇ ਸ਼ੁਭ ਗੁਣਾਂ ਦੀ ਖੇਤੀ ਜੰਮ ਪਈ ਹੈ, ਅਤੇ ਜੋ ਹਰੀ ਵਾਹਿਗੁਰੂ ਨੇ ਸਰੂਪ ਦੇ ਆਨੰਦ ਦੀ ਬਖਸ਼ਿਸ਼ ਕੀਤੀ ਹੈ, ਇਹ ਪ੍ਰਭੂ ਦੀ ਮਿਹਰ ਰੂਪੀ ਬੋਹਲ, ਮਿਹਰ ਰੂਪੀ ਅਨਾਜ ਦਾ ਢੇਰ ਇਸਤਤ ਹੋਇਆ ਹੈ। ਐਸੀ ਸ਼ੁਭ ਗੁਣਾਂ ਦੀ ਖੇਤੀ ਪਰਪੱਕ ਹੋਈ ਹੈ, ਜਿਸ ਵਿੱਚ ਹਰੀ ਨੇ ਅੰਮ੍ਰਿਤ ਨਾਮ ਰੂਪੀ ਬੋਹਲ ਲਾ ਦਿੱਤਾ ਹੈ। ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ, ਜਿਨਨੀ ਸਤਿਗੁਰ ਪੁਰਖ ਧਿਆਇਆ। ਜਿਨ੍ਹਾਂ ਨੇ ਪੂਰਨ ਸਤਿਗੁਰਾਂ ਦੇ ਤਾਈਂ ਧਿਆਉਣਾ ਕੀਤਾ ਹੈ, ਉਹਨਾਂ ਦਾ ਜਿਹੜਾ ਕਾੜਾ, ਜਿਹੜਾ ਝੋਰਾ ਸੀ, ਕਿ ਉਸ ਝੋਰੇ ਦਾ ਹਿਸਾਬ ਕਿਤਾਬ ਦਰਗਾਹ ਵਿੱਚ ਕਿਵੇਂ ਦੇਵਾਂਗੇ, ਅਤੇ ਜਿਹੜਾ ਜੋ ਅੰਦੇਸਾ ਸੰਸਾ ਸੀ, ਪ੍ਰਮਾਣ ਪ੍ਰੇਗਤ ਵਿਪਰਜੇ ਆਦਿਕ ਸਾਰਾ ਲਾਹਿਓਨ ਲਾ ਦਿੱਤਾ ਹੈ। ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਭਾਵਨਾ ਨਾਲ ਨਾਮ ਨੂੰ ਅਰਾਧਨਾ ਕੀਤਾ ਹੈ, ਨਾਮ ਨੂੰ ਧਿਆਉਣਾ ਕੀਤਾ ਹੈ, ਉਹ ਗੁਰਮੁਖ ਆਪ ਵੀ ਸੰਸਾਰ ਤੋਂ ਤਰ ਗਏ ਹਨ, ਅਤੇ ਸਾਰੇ ਜਗਤ ਸਾਰੇ ਸੰਸਾਰ ਨੂੰ ਵੀ ਧਾਰ ਲੈਂਦੇ ਹਨ। ਮਹੱਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋਰੇ ਗੱਲਾਂ, ਕਿ ਸਾਰਾ ਦਿਨ ਪਦਾਰਥਾਂ ਦੇ ਖਾਣ ਭੋਗਣ ਤੇ ਜੋੜਨ ਦੇ ਲਾਲਚ ਲੋਭ ਅੰਦਰ ਪਰਵਿਰਤ ਹੋਇਆ ਰਹਿੰਦਾ ਹੈ ਇਹ ਜੀਵ। ਭਾਵ ਲਿਬੜਿਆ ਹੋਇਆ ਮਨਮੁਖ ਹੋਰੇ ਗੱਲਾਂ, ਕਿ ਲਿਬੜਿਆ ਹੋਇਆ ਮਨਮੁਖ, ਮਨ ਦੇ ਅਧੀਨ ਹੋਇਆ ਮਨੁੱਖ, ਮਨਮੁਖ ਹੋਰਨਾਂ ਗੱਲਾਂ ਭਾਵ ਪਰਮੇਸ਼ਰ ਸੰਬੰਧੀ ਬਾਤਾਂ ਨੂੰ ਛੱਡ ਕੇ ਮਾਇਆ ਦੀਆਂ ਗੱਲਾਂ ਕਰਦਾ ਹੈ। ਰਾਤੀ ਊਂਘੈ ਦੱਬਿਆ ਨਵੇਂ ਸੋਤ ਸਭ ਢਿੱਲਾ, ਤੇ ਦਿਨ ਦੀ ਕਿਰਤਕਾਰ ਕਰਕੇ ਥੱਕੇ ਹੋਏ ਨੂੰ ਰਾਤ ਨੂੰ ਨੀਂਦ ਦਵਾ ਲੈਂਦੀ ਹੈ। ਅਤੇ ਨਵੇਂ ਸੋਤ ਸਭ ਢਿੱਲਾ, ਨਵੇਂ ਨੌ ਸੋਤ ਨੌ ਇੰਦਰੇ ਗੋਲਕਾਂ ਸਾਰੇ ਢਿੱਲਾ ਹੁੰਦਾ, ਤਾਣ ਰਹਿਤ ਹੋ ਜਾਂਦੇ ਹਨ। ਮਨਮੁੱਖਾਂ ਦਾ ਸਿਰ ਜੋਰਾ ਅਮਰ ਹੈ, ਕਿ ਮਨਮੁੱਖਾਂ ਦੇ ਸਿਰ ਉੱਤੇ ਜੋਰਾ ਇਸਤਰੀਆਂ ਕੋਵ ਵਾਚਨ ਭਾਵ ਤਰਕ ਰੂਪੀ ਨੇਜਾ ਮਾਰਦੀਆਂ ਰਹਿੰਦੀਆਂ ਹਨ। ਇਸਤਰੀਆਂ ਦਾ ਹੁਕਮ ਹੈ ਨਿਤ ਦੇਵੇ ਭਲਾ, ਕਿ ਮਨਮੁਖ ਇਸਤਰੀਆਂ ਨੂੰ ਹਮੇਸ਼ਾ ਚੰਗੇ ਪਦਾਰਥ ਲਿਆ ਕੇ ਦਿੰਦੇ ਹਨ। ਜੋਰਾਂ ਦਾ ਆਖਿਆ ਪੁਰਸ਼ ਕਮਾਮਦੇ, ਜਿਹੜੇ ਜੋਰਾ ਇਸਤਰੀਆਂ ਕੁਸੰਗਤ ਕਰਦੀਆਂ ਹਨ, ਕਦੇ ਸਤ ਸੰਗਤ ਨਹੀਂ ਕਰਦੀਆਂ, ਉਹਨਾਂ ਦਾ ਆਖਿਆ ਜਿਹੜੇ ਪੁਰਸ਼ ਕਮਾਉਂਦੇ ਹਨ। ਸੇ ਅਪਵਿੱਤ ਅਮੇਦ ਖਲਾ, ਕਿ ਉਹ ਅਮੇਦ ਬੁੱਧੀ ਤੋਂ ਰਹਿਤ, ਖਲਾ ਮੂਰਖ ਅਪਵਿੱਤਰ ਤੋਂ ਅਪਵਿੱਤਰ ਹਨ।
ਕਾਮ ਵਿਆਪੈ ਕੁਸੁੱਧ ਨਰ, ਸੇ ਜੋਰਾ ਪੁੱਛ ਚੱਲਾ। ਜਿਹੜੇ ਕੁਸੁੱਧ ਅਪਵਿੱਤਰ ਮਨੁੱਖ ਕਾਮ ਆਦਿਕ ਵਿਸ਼ੇ ਵਿਕਾਰਾਂ ਵਿੱਚ ਗਰਸੇ ਹੋਏ ਹਨ, ਉਹ ਇਸਤਰੀਆਂ ਨੂੰ ਪੁੱਛ ਕੇ ਚੱਲਦੇ ਹਨ। ਸਤਿਗੁਰ ਕੈ ਆਖਿਆ ਜੋ ਚੱਲੈ, ਸੋ ਸਤਿਪੁਰਖ ਭਾਲ ਭਲਾ। ਕਿ ਹੇ ਭਾਈ, ਜਿਹੜੇ ਸੱਚੇ ਸਤਿਗੁਰ ਦੇ ਹੁਕਮ ਵਿੱਚ ਆਖੇ ਅਨੁਸਾਰ ਹੋ ਕਰਕੇ ਚੱਲਦੇ ਹਨ, ਉਹ ਸੱਚੇ ਪੁਰਖ, ਉਹ ਸੱਚੇ ਪੁਰਖ ਤੇ ਉਹ ਮਨੁੱਖ ਸ਼ੁਭ ਗੁਣਾਂ ਦੇ ਸਹਿਤ ਹੋਣੇ ਕਰਕੇ ਸਾਰਿਆਂ ਨੂੰ ਚੰਗੇ ਲੱਗਦੇ ਹਨ। ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖੇਲਾ। ਕਿ ਇਸਤਰੀਆਂ ਤੇ ਪੁਰਖ ਸਾਰੇ ਪਰਮੇਸ਼ਰ ਨੇ ਆਪ ਹੀ ਉਪਾਇਨ ਪੈਦਾ ਕੀਤੇ ਹਨ। ਹਰ ਖੇਲ ਸਭ ਖੇਲਾ, ਕਿ ਹਰੀ ਵਾਹਿਗੁਰੂ ਨੇ ਸਾਰਾ ਖੇਲ ਖੇਡ ਆਪ ਹੀ ਖੇਡਣਾ ਕੀਤਾ ਹੈ। ਸਭ ਤੇਰੀ ਬਣਤ ਬਣਾਵਣੀ, ਨਾਨਕ ਭਾਲ ਭਲਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਸਾਰੇ ਸੰਸਾਰ ਦੀ ਬਣਾਵਟ ਤੁਹਾਡੀ ਹੀ ਬਣਾਈ ਹੋਈ ਹੈ। ਜਿਹੜੇ ਤੇਰੇ ਭਾਣੇ ਨੂੰ ਮੰਨਣ ਵਾਲੇ ਹਨ, ਉਹ ਭਾਲ ਭਲਾ ਚੰਗਿਆਂ ਤੋਂ ਚੰਗੇ ਹਨ। ਪੌੜੀ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਤੂੰ ਬੇਪਰਵਾਹ ਅਥਾਹ ਹੈ। ਹੇ ਪਰਮੇਸ਼ਰ, ਤੂੰ ਬੇਮਥਾਜ ਅਤੇ ਅਥਾਹ ਡੂੰਘਾ, ਥਾਹ ਪਾਉਣ ਤੋਂ ਰਹਿਤ ਹੈ, ਅਤੁੱਲ ਤੋਲਣ ਤੋਂ ਰਹਿਤ ਹੈ। ਇਸ ਕਰਕੇ ਅਤੁੱਲ ਕਿਉਂ ਤੋਲੀ ਹੈ? ਇਸ ਕਰਕੇ ਤੇਰੀ ਵਿਚਾਰ ਨੂੰ ਕਿਵੇਂ ਤੋਲੀਏ, ਤੈਨੂੰ ਕਿਵੇਂ ਤੋਲੀਏ? ਤੂੰ ਬੇਪਰਵਾਹ ਅਥਾਹ ਤੇ ਅੰਡੋਲ ਹੈ। ਸੇ ਬਡਭਾਗੀ ਜੇ ਤੁਧ ਧਿਆਏ ਦੇ। ਹੇ ਪਰਮੇਸ਼ਰ, ਜਿਹੜੇ ਤੈਨੂੰ ਧਿਆਉਂਦੇ ਹਨ, ਉਹ ਵੱਡਿਆਂ ਭਾਗਾਂ ਵਾਲੇ ਹਨ। ਜਿਨ੍ਹਾਂ ਨੂੰ ਸੱਚੇ ਸਤਿਗੁਰਾਂ ਦਾ ਮਿਲਾਪ ਹੋਇਆ ਹੈ, ਉਹ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਹੇ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਸਤ ਦਾ ਸਰੂਪ ਹੈ। ਸਤਿਗੁਰਾਂ ਦੀ ਬਾਣੀ ਰਾਹੀਂ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਬਣੀਦਾ ਹੈ। ਜਿਹੜੇ ਗੁਰਬਾਣੀ, ਗੁਰਾਂ ਦੀ ਬਾਣੀ ਨੂੰ ਗੁਰਮੁਖ ਜਨ ਚਿੱਤ ਵਿੱਚ ਵਸਾਉਂਦੇ ਹਨ, ਉਹ ਪਰਮੇਸ਼ਰ ਦਾ ਰੂਪ ਬਣ ਜਾਂਦੇ ਹਨ। ਗੁਰੂ ਸਾਹਿਬ ਜੀ ਆਪ ਬਾਣੀ ਰੂਪ ਬਣੇ ਹੋਏ ਹਨ। ਗੁਰਬਾਣੀ ਬਣੀ ਹੈ, ਗੁਰਾਂ ਦੀ ਬਾਣੀ ਕਰਕੇ ਸ੍ਰੇਸ਼ਟ ਤਤ ਬੇਤੇ ਗਿਆਨਵਾਨ ਬਣ ਜਾਈਦਾ ਹੈ। ਜਿਨ੍ਹਾਂ ਨੇ ਗੁਰਬਾਣੀ ਨੂੰ ਮੰਨਿਆ ਹੈ, ਉਹ ਗੁਰੂ ਦਾ ਰੂਪ ਬਣ ਗਏ ਹਨ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਛ ਬੋਲਦੇ, ਸੇ ਕੁੜਿਆਰ ਕੂੜੇ ਝੜ ਪੜੀਐ। ਜੋ ਸਤਿਗੁਰਾਂ ਦੀ ਨਕਲ ਕਰਕੇ, ਪੂਰੇ ਗੁਰੂ ਦੀ ਨਕਲ ਕਰਕੇ ਹੋਰ ਕੱਚ ਪਿੱਚ ਕਚਿਆਈ ਵਾਲੀ ਅਤੇ ਪਿੱਚ ਪਿਚਕ ਜਾਣ ਵਾਲੀ ਬਾਣੀ ਬੋਲਦੇ ਹਨ। ਕਿ ਮੂੰਹੋਂ ਕੱਚ ਪਿੱਚ ਕੱਚੇ ਪਿੱਲੇ ਬੇਅਰਥ ਭਾਵ ਰਾਗ ਦਵੈਥ ਵਾਲੇ ਬਚਨ ਬੋਲਦੇ ਹਨ। ਸੇ ਕੁੜਿਆਰ ਕੂੜੇ ਝੜ ਪੜੀਐ। ਕਿ ਉਹ ਅੰਤ ਨੂੰ ਕੁੜਿਆਰ ਝੂਠੇ ਪੁਰਸ਼ ਝੂਠੇ ਪਦਾਰਥਾਂ ਵਿੱਚ ਲੱਗ ਕੇ ਪਰਮੇਸ਼ਰ ਦੀ ਤਰਫੋਂ ਝੜ ਪੜੀਐ, ਝੜ ਪੈਂਦੇ ਹਨ, ਭਾਵ ਨਰਕਾਂ ਵਿੱਚ ਪੈਂਦੇ ਹਨ। ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਬਿਖ ਮਾਇਆ ਨੂੰ ਝੱਖ ਮਰਦੇ ਕੜੀਐ। ਕਿ ਉਹਨਾਂ ਦੇ ਅੰਦਰ ਹਿਰਦੇ ਵਿੱਚ ਕੁਝ ਹੋਰ ਹੁੰਦਾ ਹੈ ਅਤੇ ਮੂੰਹੋਂ ਹੋਰ ਮਿੱਠੀਆਂ ਗੱਲਾਂ ਕਰਦੇ ਹਨ। ਉਹ ਬਿਖ ਜ਼ਹਿਰ ਰੂਪੀ ਮਾਇਆ ਨੂੰ ਇਕੱਤਰ ਕਰਨ ਲਈ ਝੱਖਾਂ ਮਾਰਦੇ ਹਨ, ਗੱਪ ਮਾਰ ਕੇ, ਭਾਵ ਬੇਫਾਇਦਾ ਬੋਲ ਕੇ ਕੜੀਐ ਝੁਰ ਝੁਰ ਕੇ ਮਰਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ, ਜੋ ਸਤਿਗੁਰਾਂ ਦੀ ਨਕਲ ਕਰਕੇ ਕਿ ਕਚਿਆਈ ਵਾਲੇ ਵਚਨ ਬੋਲਦੇ ਹਨ, ਉਹ ਬੇਅਰਥ ਭਾਵ ਰਾਗ ਦਵੈਤ ਵਾਲੇ ਵਚਨ ਬੋਲਦੇ ਹਨ। ਉਹ ਅੰਤ ਨੂੰ ਝੂਠੇ ਪੁਰਸ਼ ਝੂਠੇ ਪਦਾਰਥਾਂ ਵਿੱਚ ਲੱਗ ਕੇ ਪਰਮੇਸ਼ਰ ਦੀ ਤਰਫੋਂ ਝੜ ਪੈਂਦੇ ਹਨ। ਉਹਨਾਂ ਦੇ ਅੰਦਰ, ਉਹਨਾਂ ਦੇ ਹਿਰਦੇ ਵਿੱਚ ਕੁਝ ਹੋਰ ਹੁੰਦਾ ਹੈ ਅਤੇ ਮੂੰਹੋਂ ਹੋਰ ਮਿੱਠੀਆਂ ਗੱਲਾਂ ਕਰਦੇ ਹਨ। ਉਹ ਜ਼ਹਿਰ ਰੂਪੀ ਮਾਇਆ ਨੂੰ ਇਕੱਤਰ ਕਰਨ ਲਈ, ਇਕੱਠਾ ਕਰਨ ਲਈ
ਝੱਖਾਂ ਮਾਰ ਮਾਰ ਕੇ ਭਾਵ ਬੇਫਾਇਦਾ ਬੋਲ ਕੇ ਕੜੀਏ ਝੁਰ ਝੁਰ ਕੇ ਮਰਦੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਗੁਰਬਾਣੀ ਪੜ੍ਹਦਿਆਂ ਤੋਂ